पूजा विधि। व्रत रखण वाला पूर्णमासी संगरांद के दिन संध्या वेले इशनान आदि करके पूजा स्थान विच आसन ते बैठ के आसन लावे ਅਤੇ श्री गणेश, गौरी, विष्णु आदि सारे देवतियां ध्यान करके पूजन करे ਅਤੇ संकल्प करे कि मैं सत्यनारायण स्वामी का पूजन ਅਤੇ कथा ਸਰਵਣ सदा करांगा। फुੱਲ हथ विच लैके सत्यनारायण का ध्यान करे। यजोपवीत फुੱਲ, धूप, नवैद आदि नाल युक्त हो के उस्तति करे। हे भगवान, मैं श्रद्धापूर्वक फल, जल आदि सारी समग्री आप ते अर्पण कीती है। इसनूं स्वीकार करो। मुसीबतां तो मेरी रख्या करो। मेरा आप नूं बारंबार नमस्कार है। इस दे बाद सत्यनारायण की कथा पढ़े जां सुने। श्री सत्यनारायण व्रत कथा। एक दिन नैमिषारण्य तीर्थ विच शौनक आदि 88,000 ऋषियां ने श्री सूत जी तो पुछया, हे प्रभु, इस कलयुग विच वेद विद्या रहित मनुक्खां नूं प्रभु भगति किस प्रकार मिलेगी ਅਤੇ उन्हां दी मुक्ति किस तरह होवेगी। इस लई हे मुनि श्रेष्ठ, कोई इस तरह ਦਾ ਤਪ ਦੱਸੋ ਜਿਸ ਨਾਲ ਥੋੜੇ ਸਮੇਂ ਵਿੱਚ ਪੁੰਨ ਪ੍ਰਾਪਤ ਹੋਵੇ ਅਤੇ ਮਨ ਚਾਹਿਆ ਫਲ ਮਿਲੇ। ਉਹ ਕਥਾ ਸੁਣਨ ਦੀ ਸਾਡੀ ਇੱਛਾ ਹੈ। ਸਰਵ ਸ਼ਾਸਤਰ ਗਿਆਤਾ ਸ਼੍ਰੀ ਸੂਤ ਜੀ ਬੋਲੇ, हे ਵੈਸ਼ਨਵਾ ਵਿੱਚ ਪੂਜਨ ਯੋਗ, ਆਪ ਸਭ ਨੇ ਸਰਵ ਪ੍ਰਾਣੀਆਂ ਦੇ ਹਿੱਤ ਦੀ ਗੱਲ ਪੁੱਛੀ ਹੈ। ਹੁਣ ਮੈਂ ਉਸ ਸ੍ਰੇਸ਼ਟ व्रत ਨੂੰ ਆਪ ਲੋਕਾਂ ਵਿੱਚ ਕਹਾਂਗਾ ਜਿਸ व्रत ਨੂੰ ਨਾਰਦ ਜੀ ਨੇ ਲక్ష్ਮੀ ਨਾਰਾਇਣ ਤੋਂ ਪੁੱਛਿਆ ਸੀ ਅਤੇ ਲక్ష్ਮੀਪਤੀ ਨੇ ਮੁਨੀ ਸ੍ਰੇਸ਼ਟ ਨਾਰਦ ਨੂੰ ਕਿਹਾ ਸੀ। ਸੋ ਧਿਆਨ ਨਾਲ ਸੁਣੋ। ਇੱਕ ਸਮੇਂ ਯੋਗੀ ਰਾਜ ਨਾਰਦ ਜੀ ਦੂਸਰਿਆਂ ਦੇ ਹਿੱਤ ਦੀ ਇੱਛਾ ਲਈ ਅਨੇਕ ਲੋਕਾਂ ਵਿੱਚ ਘੁੰਮਦੇ ਹੋਏ ਮ੍ਰਿਤੂ ਲੋਕ ਵਿੱਚ ਆ ਪਹੁੰਚੇ। ਉੱਥੇ ਬਹੁਤ ਜੂਨੀਆਂ ਵਿੱਚ ਜੰਮੇ ਹੋਏ ਆਮ ਤੌਰ 'ਤੇ ਸਾਰੇ ਆਪਣੇ ਕਰਮਾਂ ਅਨੁਸਾਰ ਅਨੇਕਾਂ ਦੁੱਖਾਂ ਤੋਂ ਪੀੜਿਤ ਮਨੁੱਖਾਂ ਨੂੰ ਦੇਖ ਕੇ ਸੋਚਿਆ, ਕਿਸ ਯਤਨ ਦੇ ਕਰਨ ਨਾਲ ਇਹਨਾਂ ਦੇ ਦੁੱਖਾਂ ਦਾ ਨਾਸ਼ ਹੋ ਸਕੇਗਾ। ਇਸ ਤਰ੍ਹਾਂ ਮਨ ਵਿੱਚ ਸੋਚ ਕੇ ਵਿਸ਼ਨੂੰ ਲੋਕ ਨੂੰ ਵਾਪਸ ਗਏ। ਉੱਥੇ ਸ਼ਵੇਤ ਵਰਣ ਅਤੇ 4 ਭੁਜਾਵਾਂ ਵਾਲੇ ਦੇਵਾਂ ਦੇ ਪ੍ਰਭੂ ਨਾਰਾਇਣ ਨੂੰ ਦੇਖ ਕੇ ਉਸਤਤ ਸ਼ੁਰੂ ਕੀਤੀ। हे ਭਗਵਾਨ, ਆਪ ਬਹੁਤ ਸ਼ਕਤੀਵਾਨ ਹੋ। ਮਨ ਅਤੇ ਬਾਣੀ ਵੀ ਆਪ ਨੂੰ ਨਹੀਂ ਪਾ ਸਕਦੀ। ਆਪ ਦਾ ਆਦਿ, ਮੱਧ ਅਤੇ ਅੰਤ ਨਹੀਂ ਹੈ। ਆਪ ਨਿਰਗੁਣ ਸਵਰੂਪ ਸ੍ਰਿਸ਼ਟੀ ਦੇ ਆਦਿ, ਭੂਤ ਅਤੇ ਭਗਤਾਂ ਦੇ ਦੁੱਖਾਂ ਨੂੰ ਨਸ਼ਟ ਕਰਨ ਵਾਲੇ ਹੋ। ਆਪ ਨੂੰ ਮੇਰਾ ਨਮਸਕਾਰ ਹੈ। ਨਾਰਦ ਜੀ ਤੋਂ ਇਸ ਤਰ੍ਹਾਂ ਦੀ ਉਸਤਤ ਸੁਣ ਕੇ ਵਿਸ਼ਨੂੰ ਭਗਵਾਨ ਬੋਲੇ, हे ਮੁਨੀ ਸ੍ਰੇਸ਼ਟ, ਆਪ ਦੇ ਮਨ ਵਿੱਚ ਕੀ ਹੈ? ਆਪ ਦਾ ਇੱਥੇ ਕਿਸ ਕੰਮ ਲਈ ਆਉਣਾ ਹੋਇਆ ਹੈ? ਬਿਨਾਂ ਸੰਕੋਚ ਕਹੋ। ਤਾਂ ਨਾਰਦ ਮੁਨੀ ਜੀ ਬੋਲੇ, ਮ੍ਰਿਤੂ ਲੋਕ ਵਿੱਚ ਸਭ ਮਨੁੱਖਾਂ ਜੋ ਅਨੇਕ ਜੁਨੀਆਂ ਵਿੱਚ ਪੈਦਾ ਹੋਏ ਹਨ, ਆਪਣੇ ਆਪਣੇ ਕਰਮਾਂ ਅਨੁਸਾਰ ਅਨੇਕ ਪ੍ਰਕਾਰ ਦੇ ਦੁੱਖਾਂ ਤੋਂ ਦੁਖੀ ਹੋ ਰਹੇ ਹਨ। हे ਨਾਥ, ਮੇਰੇ ਤੇ ਦਇਆ ਰੱਖਦੇ ਹੋ ਤਾਂ ਦੱਸੋ ਕਿ ਉਹਨਾਂ ਮਨੁੱਖਾਂ ਦੇ ਸਭ ਦੁੱਖ ਥੋੜੇ ਹੀ ਯਤਨਾਂ ਨਾਲ ਕਿਸ ਤਰ੍ਹਾਂ ਦੂਰ ਹੋ ਸਕਦੇ ਹਨ। ਸ਼੍ਰੀ ਭਗਵਾਨ ਜੀ ਬੋਲੇ, हे ਨਾਰਦ, ਮਨੁੱਖਾਂ ਦੀ ਭਲਾਈ ਦੇ ਲਈ ਤੁਸਾਂ ਇਹ ਬਹੁਤ ਚੰਗੀ ਗੱਲ ਪੁੱਛੀ ਹੈ। ਜਿਸ ਕੰਮ ਦੇ ਕਰਨ ਨਾਲ ਮਨੁੱਖ ਮੋਹ ਤੋਂ ਛੁੱਟ ਜਾਂਦਾ ਹੈ, ਉਹ ਮੈਂ ਕਹਿੰਦਾ ਹਾਂ, ਸੁਣੋ। ਬਹੁਤ ਪੁੰਨ ਦੇਣ ਵਾਲਾ ਸਵਰਗ ਅਤੇ ਮਨੁੱਖ ਲੋਕ ਦੋਨਾਂ ਵਿੱਚ ਦੁਰਲਭ ਇੱਕ ਵਰਤ ਹੈ। ਅੱਜ ਮੈਂ ਪ੍ਰੇਮ ਦੇ ਵਸ ਹੋ ਕੇ ਤੁਹਾਨੂੰ ਕਹਿੰਦਾ ਹਾਂ, ਸਤਨਾਰਾਇਣ ਜੀ ਦਾ ਵਰਤ ਚੰਗੀ ਤਰ੍ਹਾਂ ਵਿਧਾਨ ਪੂਰਵਕ ਰੱਖ ਕੇ ਮਨੁੱਖ ਤੁਰੰਤ ਹੀ ਇੱਥੇ ਸੁੱਖ ਭੋਗ ਕੇ ਮਰਨ ਮਗਰੋਂ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਸ਼੍ਰੀ ਭਗਵਾਨ ਦੇ ਬਚਨ ਸੁਣ ਕੇ ਨਾਰਦ ਮੁਨੀ ਜੀ ਬੋਲੇ ਕਿ ਉਸ ਵਰਤ ਦਾ ਫਲ ਹੈ, ਕੀ ਵਿਧਾਨ ਹੈ, ਕਿਸ ਨੇ ਇਹ ਵਰਤ ਰੱਖਿਆ ਹੈ ਅਤੇ ਕਿਸ ਦਿਨ ਵਰਤ ਰੱਖਣਾ ਚਾਹੀਦਾ ਹੈ, ਵਿਸਤਾਰ ਨਾਲ ਦੱਸੋ। ਭਗਵਾਨ ਬੋਲੇ, ਦੁੱਖ, ਸੋਗ ਆਦਿ ਨੂੰ ਦੂਰ ਕਰਨ ਵਾਲਾ, ਧਨ ਦੌਲਤ ਨੂੰ ਵਧਾਉਣ ਵਾਲਾ, ਭਾਗ ਅਤੇ ਸੰਤਾਨ ਦੇਣ ਵਾਲਾ, ਸਭ ਜਗਤ ਜਿੱਤ ਦੇਣ ਵਾਲਾ, ਭਗਤੀ ਅਤੇ ਸ਼ਰਧਾ ਦੇ ਨਾਲ ਕਿਸੇ ਵੀ ਦਿਨ ਸ਼ਾਮ ਦੇ ਸਮੇਂ ਧਾਰਮਿਕ ਵਿਚਾਰ ਨਾਲ ਮਨੁੱਖ ਬ੍ਰਾਹਮਣਾਂ ਅਤੇ ਬੰਧੂਆਂ ਸਮੇਤ ਸ਼੍ਰੀ ਸਤਨਾਰਾਇਣ ਦੀ ਪੂਜਾ ਕਰੇ। ਧਾਰਮਿਕ ਨਾਚ, ਗੀਤ ਆਦਿ ਦਾ ਆਯੋਜਨ ਕਰਕੇ ਸ਼੍ਰੀ ਸਤਨਾਰਾਇਣ ਭਗਵਾਨ ਨੂੰ ਯਾਦ ਕਰਦੇ ਹੋਏ ਸਾਰਾ ਸਮਾਂ ਗੁਜ਼ਾਰੇ। ਇਸ ਤਰ੍ਹਾਂ ਦਾ ਵਰਤ ਰੱਖਣ ਨਾਲ ਮਨੁੱਖ ਦੀ ਇੱਛਾ ਜ਼ਰੂਰ ਪੂਰੀ ਹੁੰਦੀ ਹੈ। ਵਿਸ਼ੇਸ਼ ਕਰਕੇ ਕਲੀ ਕਾਲ ਵਿੱਚ ਭੂਮੀ 'ਤੇ ਇਹ ਹੀ ਮੁਕਤੀ ਦਾ ਸਰਲ ਉਪਾਅ ਹੈ। ਸੂਤ ਜੀ ਬੋਲੇ, हे ਰਿਸ਼ੀਓ, ਜਿਸ ਨੇ ਪਹਿਲੇ ਸਮੇਂ ਵਿੱਚ ਇਸ ਵਰਤ ਨੂੰ ਰੱਖਿਆ ਹੈ ਉਸ ਦਾ ਇਤਿਹਾਸ ਕਹਿੰਦਾ ਹੈ, ਧਿਆਨ ਨਾਲ ਸੁਣੋ।
ਸੁੰਦਰ ਕਾਸ਼ੀਪੁਰੀ ਨਗਰੀ ਵਿੱਚ ਇੱਕ ਬਹੁਤ ਗਰੀਬ ਬ੍ਰਾਹਮਣ ਰਹਿੰਦਾ ਸੀ। ਉਹ ਭੁੱਖ ਅਤੇ ਪਿਆਸ ਨਾਲ ਬੇਚੈਨ ਹੋਇਆ ਹਰ ਰੋਜ਼ ਧਰਤੀ ਉੱਤੇ ਘੁੰਮਦਾ ਸੀ। ਬ੍ਰਾਹਮਣਾਂ ਨਾਲ ਪ੍ਰੇਮ ਕਰਨ ਵਾਲੇ ਭਗਵਾਨ ਨੇ ਬ੍ਰਾਹਮਣ ਨੂੰ ਦੁਖੀ ਦੇਖ ਕੇ ਬੁੱਢੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਉਸ ਦੇ ਕੋਲ ਜਾ ਕੇ ਆਦਰ ਦੇ ਨਾਲ ਪੁੱਛਿਆ, ਹੇ ਬ੍ਰਾਹਮਣ, ਹਰ ਰੋਜ਼ ਦੁਖੀ ਹੋਇਆ ਧਰਤੀ 'ਤੇ ਕਿਉਂ ਘੁੰਮਦਾ ਹੈ? ਹੇ ਸ੍ਰੇਸ਼ਟ ਬ੍ਰਾਹਮਣ, ਇਹ ਸਭ ਮੈਨੂੰ ਦੱਸੋ, ਮੈਂ ਸੁਣਨਾ ਚਾਹੁੰਦਾ ਹਾਂ। ਬ੍ਰਾਹਮਣ ਬੋਲਿਆ, ਮੈਂ ਬਹੁਤ ਗਰੀਬ ਬ੍ਰਾਹਮਣ ਹਾਂ, ਭਿੱਖਿਆ ਦੇ ਲਈ ਧਰਤੀ ਉੱਤੇ ਫਿਰਦਾ ਹਾਂ। ਹੇ ਭਗਵਾਨ, ਜੇਕਰ ਆਪ ਇਸ ਦਾ ਉਪਾਅ ਜਾਣਦੇ ਹੋ ਤਾਂ ਕਿਰਪਾ ਕਰਕੇ ਦੱਸੋ। ਬੁੱਢਾ ਬ੍ਰਾਹਮਣ ਬੋਲਿਆ ਕਿ ਸਤਨਾਰਾਇਣ ਭਗਵਾਨ ਮਨ ਚਾਹਿਆ ਫਲ ਦੇਣ ਵਾਲੇ ਹਨ, ਇਸ ਲਈ ਹੇ ਬ੍ਰਾਹਮਣ, ਤੂੰ ਉਹਨਾਂ ਦਾ ਪੂਜਨ ਕਰ, ਜਿਸ ਦੇ ਕਰਨ ਨਾਲ ਮਨੁੱਖ ਸਾਰੇ ਦੁੱਖਾਂ ਤੋਂ ਮੁਕਤ ਹੁੰਦਾ ਹੈ। ਬ੍ਰਾਹਮਣ ਨੂੰ ਸਾਰੀ ਵਰਤ ਦੀ ਵਿਧੀ ਦੱਸ ਕੇ ਬੁੱਢੇ ਬ੍ਰਾਹਮਣ ਦਾ ਰੂਪ ਧਾਰਨ ਕਰਨ ਵਾਲੇ ਸਤਨਾਰਾਇਣ ਭਗਵਾਨ ਅੰਤਰ ਧਿਆਨ ਹੋ ਗਏ। ਜਿਸ ਵਰਤ ਨੂੰ ਬੁੱਢੇ ਬ੍ਰਾਹਮਣ ਨੇ ਦੱਸਿਆ ਹੈ, ਮੈਂ ਉਸ ਨੂੰ ਰੱਖਾਂਗਾ। ਇਹ ਨਿਸ਼ਚਾ ਕਰਨ ਤੇ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਉਹ ਸਵੇਰੇ ਹੀ ਉੱਠਿਆ ਅਤੇ ਸਤਨਾਰਾਇਣ ਦੇ ਵਰਤ ਦਾ ਨਿਸ਼ਚਾ ਕਰਕੇ ਭਿੱਖਿਆ ਲੈਣ ਲਈ ਤੁਰ ਪਿਆ। ਉਸ ਦਿਨ ਉਸ ਨੂੰ ਭਿੱਖਿਆ ਵਿੱਚ ਬਹੁਤ ਧਨ ਮਿਲਿਆ, ਜਿਸ ਨਾਲ ਬੰਧੂ ਬਾਂਧਵਾਂ ਦੇ ਨਾਲ ਉਸ ਨੇ ਸਤਨਾਰਾਇਣ ਦਾ ਵਰਤ ਰੱਖਿਆ। ਇਸ ਦੇ ਰੱਖਣ ਨਾਲ ਉਹ ਬ੍ਰਾਹਮਣ ਸਭ ਦੁੱਖਾਂ ਤੋਂ ਛੁੱਟ ਕੇ ਅਨੇਕ ਪ੍ਰਕਾਰ ਦੀ ਸੰਪત્ਤੀ ਨਾਲ ਯੁਕਤ ਹੋਇਆ। ਉਸ ਸਮੇਂ ਤੋਂ ਉਹ ਬ੍ਰਾਹਮਣ ਹਰ ਮਹੀਨੇ ਵਰਤ ਰੱਖਣ ਲੱਗਾ। ਇਸ ਤਰ੍ਹਾਂ ਸਤਨਾਰਾਇਣ ਭਗਵਾਨ ਦੇ ਇਸ ਵਰਤ ਨੂੰ ਜੋ ਰੱਖੇਗਾ ਉਹ ਸਭ ਪਾਪਾਂ ਤੋਂ ਛੁੱਟ ਕੇ ਮੁਕਤੀ ਨੂੰ ਪ੍ਰਾਪਤ ਹੋਵੇਗਾ, ਸਾਰੇ ਦੁੱਖਾਂ ਤੋਂ ਛੁੱਟ ਜਾਵੇਗਾ। ਇਸ ਤਰ੍ਹਾਂ ਨਾਰਦ ਜੀ ਨੂੰ ਨਾਰਾਇਣ ਦਾ ਕਿਹਾ ਹੋਇਆ ਇਹ ਵਰਤ ਮੈਂ ਤੁਹਾਨੂੰ ਦੱਸਿਆ ਹੈ। ਹੇ ਵਿਪਰੋ, ਮੈਂ ਹੁਣ ਹੋਰ ਕੀ ਕਹਾਂ? ਰਿਸ਼ੀ ਬੋਲੇ, ਹੇ ਮੁਨੀਸ਼ਵਰ, ਸੰਸਾਰ ਵਿੱਚ ਇਸ ਬ੍ਰਾਹਮਣ ਤੋਂ ਸੁਣ ਕੇ ਕਿਸ ਕਿਸ ਨੇ ਇਸ ਵਰਤ ਨੂੰ ਰੱਖਿਆ, ਅਸੀਂ ਉਹ ਸਭ ਸੁਣਨਾ ਚਾਹੁੰਦੇ ਹਾਂ। ਇਸ ਦੇ ਲਈ ਸਾਡੇ ਮਨ ਵਿੱਚ ਸ਼ਰਧਾ ਹੈ। ਸੂਤ ਜੀ ਨੇ ਕਿਹਾ, ਹੇ ਰਿਸ਼ੀਓ ਮੁਨੀਓ, ਜਿਸ ਜਿਸ ਨੇ ਇਸ ਵਰਤ ਨੂੰ ਰੱਖਿਆ ਹੈ ਉਹ ਸਭ ਸੁਣੋ। ਇੱਕ ਸਮੇਂ ਉਹ ਬ੍ਰਾਹਮਣ ਧਨ ਅਤੇ ਧੂਮ ਧਾਮ ਨਾਲ ਬੰਧੂ ਬਾਂਧਵਾਂ ਸਹਿਤ ਵਰਤ ਰੱਖਣ ਨੂੰ ਤਿਆਰ ਹੋਇਆ। ਉਸ ਸਮੇਂ ਇੱਕ ਲੱਕੜੀਆਂ ਵੇਚਣ ਵਾਲਾ ਬੁੱਢਾ ਆਇਆ ਅਤੇ ਬਾਹਰ ਲੱਕੜੀਆਂ ਨੂੰ ਰੱਖ ਕੇ ਬ੍ਰਾਹਮਣ ਦੇ ਮਕਾਨ ਵਿੱਚ ਗਿਆ। ਪਿਆਸ ਨਾਲ ਦੁਖੀ ਲੱਕੜਹਾਰੇ ਨੇ ਉਸ ਨੂੰ ਵਰਤ ਰੱਖਦੇ ਦੇਖ ਕੇ ਬ੍ਰਾਹਮਣ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਕਿ ਆਪ ਇਹ ਕੀ ਕਰ ਰਹੇ ਹੋ ਅਤੇ ਇਸ ਦੇ ਕਰਨ ਨਾਲ ਕੀ ਫਲ ਮਿਲਦਾ ਹੈ, ਕਿਰਪਾ ਕਰਕੇ ਮੈਨੂੰ ਵੀ ਦੱਸੋ। ਬ੍ਰਾਹਮਣ ਨੇ ਕਿਹਾ, ਸਭ ਮਨੋਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਇਹ ਸਤਨਾਰਾਇਣ ਭਗਵਾਨ ਦਾ ਵਰਤ ਹੈ। ਇਸ ਦੀ ਕਿਰਪਾ ਨਾਲ ਹੀ ਮੇਰੇ ਘਰ ਧਨ ਦੌਲਤ ਆਦਿ ਦਾ ਵਾਧਾ ਹੋਇਆ ਹੈ। ਬ੍ਰਾਹਮਣ ਤੋਂ ਇਸ ਵਰਤ ਦੇ ਬਾਰੇ ਜਾਣ ਕੇ ਲੱਕੜਹਾਰਾ ਬਹੁਤ ਖੁਸ਼ ਹੋਇਆ। ਚਰਨਾਮਿਤ ਲੈ ਕੇ ਅਤੇ ਪ੍ਰਸ਼ਾਦ ਖਾਣ ਦੇ ਬਾਅਦ ਆਪਣੇ ਘਰ ਨੂੰ ਗਿਆ। ਲੱਕੜਹਾਰੇ ਨੇ ਮਨ ਵਿੱਚ ਇਸ ਪ੍ਰਕਾਰ ਦਾ ਸੰਕਲਪ ਕੀਤਾ ਕਿ ਅੱਜ ਪਿੰਡ ਵਿੱਚ ਲੱਕੜੀਆਂ ਵੇਚਣ ਨਾਲ ਜੋ ਧਨ ਮੈਨੂੰ ਮਿਲੇਗਾ, ਮੈਂ ਉਸ ਨਾਲ ਸਤਨਾਰਾਇਣ ਦੇਵ ਦਾ ਉੱਤਮ ਵਰਤ ਰੱਖਾਂਗਾ। ਇਹ ਮਨ ਵਿੱਚ ਵਿਚਾਰ ਕੇ ਉਹ ਲੱਕੜੀਆਂ ਆਪਣੇ ਸਿਰ 'ਤੇ ਰੱਖ ਕੇ ਜਿਸ ਨਗਰ ਵਿੱਚ ਧਨਵਾਨ ਲੋਕ ਰਹਿੰਦੇ ਸਨ, ਉਸ ਸੁੰਦਰ ਨਗਰ ਵਿੱਚ ਗਿਆ। ਉਸ ਦਿਨ ਉਹਨਾਂ ਲੱਕੜੀਆਂ ਦੇ ਪੈਸੇ ਪਹਿਲਾਂ ਨਾਲੋਂ ਦੁੱਗਣੇ ਹੋ ਗਏ। ਫਿਰ ਉਹ ਬੁੱਢਾ ਲੱਕੜਹਾਰਾ ਪੈਸੇ ਲੈ ਕੇ ਖੁਸ਼ੀ-ਖੁਸ਼ੀ ਪੱਕੇ ਕੇਲੇ ਦੀ ਫਲੀ, ਸ਼ੱਕਰ, ਘਿਓ, ਦੁੱਧ ਅਤੇ ਦਹੀਂ, ਕਣਕ ਦਾ ਚੂਰਨ ਆਦਿ ਸਤਨਾਰਾਇਣ ਭਗਵਾਨ ਦੇ ਵਰਤ ਦੀ ਸਾਰੀ ਸਮੱਗਰੀ ਲੈ ਕੇ ਆਪਣੇ ਘਰ ਗਿਆ। ਫਿਰ ਉਸਨੇ ਆਪਣੇ ਸਾਰੇ ਭਰਾਵਾਂ ਨੂੰ ਬੁਲਾ ਕੇ ਵਿਧੀ ਦੇ ਨਾਲ ਭਗਵਾਨ ਜੀ ਦਾ ਪੂਜਨ ਕੀਤਾ ਅਤੇ ਵਰਤ ਰੱਖਿਆ। ਉਸ ਵਰਤ ਦੇ ਪ੍ਰਭਾਵ ਨਾਲ ਬੁੱਢਾ ਲੱਕੜਹਾਰਾ ਧਨ, ਪੁੱਤਰ ਆਦਿ ਨਾਲ ਯੁਕਤ ਹੋਇਆ ਅਤੇ ਸੰਸਾਰ ਦੇ ਸਾਰੇ ਸੁੱਖ ਭੋਗ ਕੇ ਬੈਕੁੰਠ ਨੂੰ ਚਲਾ ਗਿਆ। ਸੂਤ ਜੀ ਬੋਲੇ, ਹੇ ਸ੍ਰੇਸ਼ਟ ਮੁਨੀਓ, ਹੁਣ ਅੱਗੇ ਦੀ ਕਥਾ ਸੁਣਾਉਂਦਾ ਹਾਂ, ਸੁਣੋ। ਪਹਿਲੇ ਸਮੇਂ ਵਿੱਚ ਉਲਕਾ ਮੁਖ ਨਾਂ ਦਾ ਇੱਕ ਬੁੱਧੀਮਾਨ ਰਾਜਾ ਸੀ। ਉਹ ਸੱਤਵਾਦੀ ਅਤੇ ਧਾਰਮਿਕ ਖਿਆਲਾਂ ਦਾ ਸੀ। ਹਰ ਰੋਜ਼ ਦੇਵ ਸਥਾਨਾਂ ਵਿੱਚ ਜਾਂਦਾ ਅਤੇ ਗਰੀਬਾਂ ਨੂੰ ਧਨ ਦੇ ਕੇ ਉਹਨਾਂ ਦੇ ਕਸ਼ਟ ਦੂਰ ਕਰਦਾ ਸੀ। ਉਸ ਦੀ ਪਤਨੀ ਕਮਲ ਦੇ ਸਮਾਨ ਮੁੱਖ ਵਾਲੀ ਅਤੇ ਸਤੀ ਸਾਧਵੀ ਸੀ। ਭੱਦਰਸ਼ਿਲਾ ਨਦੀ ਦੇ ਕਿਨਾਰੇ ਉਹਨਾਂ ਦੋਨਾਂ ਨੇ ਸਤਨਾਰਾਇਣ ਦੇਵਤਾ ਦਾ ਵਰਤ ਰੱਖਿਆ। ਉਸ ਸਮੇਂ ਉੱਥੇ ਇੱਕ ਸਾਧੂ ਨਾਮਕ ਵੈਸ਼ ਆਇਆ। ਉਸ ਕੋਲ ਵਪਾਰ ਦੇ ਲਈ ਬਹੁਤ ਧਨ ਸੀ। ਬੇੜੀ ਨੂੰ ਕਿਨਾਰੇ 'ਤੇ ਲੈ ਕੇ ਰਾਜਾ ਦੇ ਕੋਲ ਗਿਆ ਅਤੇ ਰਾਜਾ ਨੂੰ ਵਰਤ ਕਰਦੇ ਹੋਏ ਦੇਖ ਕੇ ਪੁੱਛਣ ਲੱਗਿਆ, ਹੇ ਰਾਜਨ, ਭਗਤੀ ਯੁਕਤ ਚਿੱਤ ਨਾਲ ਇਹ ਤੁਸੀਂ ਕੀ ਕਰ ਰਹੇ ਹੋ? ਮੇਰੀ ਸੁਣਨ ਦੀ ਇੱਛਾ ਹੈ, ਇਹ ਤੁਸੀਂ ਮੈਨੂੰ ਦੱਸੋ। ਰਾਜਾ ਬੋਲਿਆ, ਹੇ ਸਾਧੂ,
ਆਪਣੇ ਬੰਧੂਆਂ ਦੇ ਨਾਲ ਪੁੱਤਰ ਆਦਿ ਦੀ ਪ੍ਰਾਪਤੀ ਦੇ ਲਈ ਮਹਾਂ ਸ਼ਕਤੀਵਾਨ ਸਤਨਾਰਾਇਣ ਭਗਵਾਨ ਦਾ ਵਰਤ ਅਤੇ ਪੂਜਨ ਕੀਤਾ ਜਾ ਰਿਹਾ ਹੈ। ਰਾਜਾ ਦੇ ਬਚਨ ਸੁਣ ਕੇ ਸਾਧੂ ਆਦਰ ਦੇ ਨਾਲ ਬੋਲਿਆ, ਹੇ ਰਾਜਨ, ਮੈਨੂੰ ਇਸ ਦਾ ਸਾਰਾ ਵਿਧਾਨ ਦੱਸੋ। ਮੈਂ ਵੀ ਆਪ ਦੇ ਕਹਿਣ ਅਨੁਸਾਰ ਇਸ ਵਰਤ ਨੂੰ ਰੱਖਾਂਗਾ। ਮੇਰੇ ਵੀ ਕੋਈ ਸੰਤਾਨ ਨਹੀਂ ਹੈ ਅਤੇ ਇਸ ਨਾਲ ਨਿਸ਼ਚੇ ਹੋਵੇਗੀ। ਰਾਜਾ ਤੋਂ ਸਾਰਾ ਵਿਧਾਨ ਸੁਣ ਕੇ ਵਿਉਪਤੀ ਤੋਂ ਵਿਹਲੇ ਹੋ ਕੇ ਆਨੰਦਪੂਰਵਕ ਘਰ ਗਿਆ। ਸਾਧੂ ਨੇ ਆਪਣੀ ਇਸਤਰੀ ਨੂੰ ਸੰਤਾਨ ਦੇਣ ਵਾਲੇ ਉਸ ਵਰਤ ਦਾ ਸਮਾਚਾਰ ਸੁਣਾਇਆ ਅਤੇ ਕਿਹਾ, ਜਦੋਂ ਮੇਰੇ ਸੰਤਾਨ ਹੋਵੇਗੀ ਤਾਂ ਮੈਂ ਵੀ ਇਸ ਵਰਤ ਨੂੰ ਰੱਖਾਂਗਾ। ਸਾਧੂ ਨੇ ਇਸ ਤਰ੍ਹਾਂ ਦੇ ਬਚਨ ਆਪਣੀ ਇਸਤਰੀ ਲੀਲਾਵਤੀ ਨੂੰ ਕਹੇ। ਇੱਕ ਦਿਨ ਉਸ ਦੀ ਇਸਤਰੀ ਲੀਲਾਵਤੀ ਪਤੀ ਦੇ ਨਾਲ ਆਨੰਦਿਤ ਹੋ ਕੇ ਸੰਸਾਰਿਕ ਧਰਮ ਵਿੱਚ ਸ਼ਾਮਲ ਹੋਈ। ਸਤਿਨਾਰਾਇਣ ਭਗਵਾਨ ਦੀ ਕਿਰਪਾ ਨਾਲ ਉਹ ਗਰਭਵਤੀ ਹੋ ਗਈ ਅਤੇ 10ਵੇਂ ਮਹੀਨੇ ਵਿੱਚ ਉਸ 'ਤੇ ਇੱਕ ਸੁੰਦਰ ਕੰਨਿਆ ਦਾ ਜਨਮ ਹੋਇਆ। ਦਿਨੋਂ ਦਿਨ ਉਹ ਇਸ ਤਰ੍ਹਾਂ ਵਧਣ ਲੱਗੀ ਜਿਵੇਂ ਸੁਦੀ ਪੱਖ ਦਾ ਚੰਦਰਮਾ ਵੱਧਦਾ ਹੈ। ਕੰਨਿਆ ਦਾ ਨਾਂ ਕਲਾਵਤੀ ਰੱਖਿਆ ਗਿਆ। ਫਿਰ ਲੀਲਾਵਤੀ ਨੇ ਮਿੱਠੇ ਸ਼ਬਦਾਂ ਵਿੱਚ ਆਪਣੇ ਪਤੀ ਨੂੰ ਕਿਹਾ, ਤੁਸੀਂ ਜੋ ਸੰਕਲਪ ਕੀਤਾ ਹੋਇਆ ਸੀ ਕਿ ਭਗਵਾਨ ਦਾ ਵਰਤ ਰੱਖਾਂਗਾ, ਹੁਣ ਤੁਸੀਂ ਉਸ ਨੂੰ ਰੱਖੋ। ਸਾਧੂ ਬੋਲਿਆ, ਹੇ ਪਿਆਰੀ, ਕੰਨਿਆ ਦੇ ਵਿਆਹ 'ਤੇ ਰੱਖਾਂਗਾ। ਆਪਣੀ ਪਤਨੀ ਨੂੰ ਵਿਸ਼ਵਾਸ ਦੇ ਕੇ ਉਹ ਨਗਰ ਨੂੰ ਚਲਾ ਗਿਆ। ਕਲਾਵਤੀ ਪਿਤਾ ਦੇ ਘਰ ਵਿੱਚ ਵੱਡੀ ਹੋ ਗਈ। ਜਦੋਂ ਸਾਧੂ ਵਾਪਸ ਆਇਆ ਤਾਂ ਆਪਣੀ ਪੁੱਤਰੀ ਨੂੰ ਦੇਖਿਆ ਤਾਂ ਤੁਰੰਤ ਹੀ ਦੂਤ ਬੁਲਾ ਕੇ ਕਿਹਾ ਕਿ ਪੁੱਤਰੀ ਦੇ ਲਈ ਕੋਈ ਸੁੰਦਰ ਵਰ ਦੇਖ ਕੇ ਲਿਆਓ। ਸਾਧੂ ਦੀ ਆਗਿਆ ਮੰਨ ਕੇ ਦੂਤ ਕੰਚਨ ਨਗਰ ਪਹੁੰਚਿਆ ਅਤੇ ਉੱਥੇ ਬਹੁਤ ਖੋਜ ਅਤੇ ਦੇਖਭਾਲ ਕਰਕੇ ਲੜਕੀ ਦੇ ਲਈ ਯੋਗ ਵਣਿਕ ਪੁੱਤਰ ਨੂੰ ਲੈ ਕੇ ਆਇਆ। ਉਸ ਯੋਗ ਲੜਕੇ ਨੂੰ ਦੇਖ ਕੇ ਸਾਧੂ ਨੇ ਆਪਣੇ ਭਾਈ ਬੰਧੂਆਂ ਸਹਿਤ ਪ੍ਰਸੰਨ ਚਿੱਤ ਆਪਣੀ ਪੁੱਤਰੀ ਦਾ ਵਿਆਹ ਉਸ ਦੇ ਨਾਲ ਕਰ ਦਿੱਤਾ। ਪਰ ਮਾੜੇ ਕਰਮਾਂ ਕਾਰਨ ਵਿਆਹ ਦੇ ਵੇਲੇ ਵੀ ਉਹ ਵਰਤ ਰੱਖਣਾ ਭੁੱਲ ਗਿਆ। ਤਦ ਸ਼੍ਰੀ ਭਗਵਾਨ ਕ੍ਰੋਧ ਵਿੱਚ ਆ ਗਏ ਅਤੇ ਸ਼ਰਾਪ ਦਿੱਤਾ ਕਿ ਤੈਨੂੰ ਭਿਆਨਕ ਦੁੱਖ ਪ੍ਰਾਪਤ ਹੋਵੇਗਾ। ਆਪਣੇ ਕੰਮ ਵਿੱਚ ਕੁਸ਼ਲ ਸਾਧੂ ਬਣੀਆਂ ਆਪਣੇ ਜਵਾਈ ਨਾਲ ਸਮੁੰਦਰ ਦੇ ਨੇੜੇ ਰਤਨਪੁਰ ਨਗਰ ਵਿੱਚ ਗਿਆ ਅਤੇ ਉੱਥੇ ਦੋਨਾਂ ਸਹੁਰਾ ਅਤੇ ਜਵਾਈ ਚੰਦਰਕੇਤੂ ਰਾਜਾ ਦੇ ਨਗਰ ਵਿੱਚ ਜਾ ਕੇ ਵਪਾਰ ਕਰਨ ਲੱਗੇ। ਇੱਕ ਦਿਨ ਭਗਵਾਨ ਸਤਨਾਰਾਇਣ ਦੀ ਮਾਇਆ ਤੋਂ ਪ੍ਰੇਰਿਤ ਕੋਈ ਚੋਰ ਰਾਜਾ ਦਾ ਧਨ ਚੋਰੀ ਕਰਕੇ ਦੌੜਿਆ ਜਾ ਰਿਹਾ ਸੀ। ਪਰ ਪਿੱਛੋਂ ਰਾਜਾ ਦੇ ਦੂਤਾਂ ਨੂੰ ਆਉਂਦਾ ਦੇਖ ਕੇ ਚੋਰ ਨੇ ਘਬਰਾ ਕੇ ਧਨ ਨੂੰ ਉੱਥੇ ਹੀ ਚੁੱਪਚਾਪ ਰੱਖ ਦਿੱਤਾ ਜਿੱਥੇ ਉਹ ਦੋਨੋਂ ਸਹੁਰਾ ਤੇ ਜਵਾਈ ਠਹਿਰੇ ਹੋਏ ਸਨ। ਜਦੋਂ ਦੂਤਾਂ ਨੇ ਉਸ ਸਾਧੂ ਵੈਸ਼ ਕੋਲੋਂ ਰਾਜੇ ਦੇ ਧਨ ਨੂੰ ਦੇਖਿਆ ਤਾਂ ਦੋਨਾਂ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਾ ਕੋਲ ਜਾ ਕੇ ਕਹਿਣ ਲੱਗੇ, ਇਹ ਦੋ ਚੋਰ ਅਸੀਂ ਫੜ ਲਿਆਂਦੇ ਹਨ, ਇਹਨਾਂ ਲਈ ਯੋਗ ਦੰਡ ਦੀ ਆਗਿਆ ਦਿਓ। ਰਾਜਾ ਦੀ ਆਗਿਆ ਨਾਲ ਉਹਨਾਂ ਨੂੰ ਕਠੋਰ ਜੇਲ੍ਹ ਵਿੱਚ ਪਾ ਦਿੱਤਾ ਅਤੇ ਉਹਨਾਂ ਦਾ ਧਨ ਖੋਹ ਲਿਆ ਗਿਆ। ਪ੍ਰਭੂ ਦੇ ਪ੍ਰਕੋਪ ਨਾਲ ਹੀ ਉਸ ਦੀ ਪਤਨੀ ਵੀ ਘਰ ਵਿੱਚ ਬਹੁਤ ਦੁਖੀ ਹੋਈ ਅਤੇ ਘਰ ਵਿੱਚ ਜੋ ਧਨ ਰੱਖਿਆ ਸੀ ਚੋਰ ਚੋਰੀ ਕਰਕੇ ਲੈ ਗਏ। ਸਰੀਰਕ ਅਤੇ ਮਾਨਸਿਕ ਦਰਦਾਂ ਵਿੱਚ ਭੁੱਖ ਪਿਆਸ ਨਾਲ ਬਹੁਤ ਦੁਖੀ ਹੋ ਕੇ ਅੰਨ ਦੀ ਚਿੰਤਾ ਵਿੱਚ ਕਲਾਵਤੀ ਇੱਕ ਬ੍ਰਾਹਮਣ ਦੇ ਘਰ ਗਈ। ਉੱਥੇ ਉਸਨੇ ਸਤਨਾਰਾਇਣ ਦਾ ਵਰਤ ਹੁੰਦਾ ਦੇਖਿਆ। ਫਿਰ ਕਥਾ ਸੁਣੀ ਅਤੇ ਪ੍ਰਸ਼ਾਦ ਲੈ ਕੇ ਰਾਤ ਘਰ ਆਈ। ਮਾਤਾ ਨੇ ਕਲਾਵਤੀ ਨੂੰ ਪੁੱਛਿਆ, ਹੇ ਪੁੱਤਰੀ, ਦਿਨ ਵਿੱਚ ਕਿੱਥੇ ਰਹੀ ਅਤੇ ਤੇਰੇ ਮਨ ਵਿੱਚ ਕੀ ਹੈ? ਕਲਾਵਤੀ ਬੋਲੀ, ਹੇ ਮਾਤਾ, ਮੈਂ ਇੱਕ ਬ੍ਰਾਹਮਣ ਦੇ ਘਰ ਸਤਨਾਰਾਇਣ ਦਾ ਵਰਤ ਦੇਖਿਆ ਹੈ। ਕੰਨਿਆ ਦੇ ਬਚਨ ਸੁਣ ਕੇ ਲੀਲਾਵਤੀ ਭਗਵਾਨ ਦੇ ਪੂਜਨ ਦੀ ਤਿਆਰੀ ਕਰਨ ਲੱਗੀ। ਲੀਲਾਵਤੀ ਨੇ ਬ੍ਰਾਹਮਣਾਂ ਆਦਿ ਦੇ ਨਾਲ ਮਿਲ ਕੇ ਭਗਵਾਨ ਦਾ ਪੂਜਨ ਕੀਤਾ ਅਤੇ ਇਹ ਵਰ ਮੰਗਿਆ ਕਿ ਮੇਰਾ ਪਤੀ ਅਤੇ ਜਵਾਈ ਛੇਤੀ ਹੀ ਘਰ ਆ ਜਾਣ ਤੇ ਬੇਨਤੀ ਕੀਤੀ ਕਿ ਸਾਡੇ ਸਾਰਿਆਂ ਦਾ ਅਪਰਾਧ ਮਾਫ ਕਰੋ। ਸਤਨਾਰਾਇਣ ਭਗਵਾਨ ਇਸ ਵਰਤ ਨਾਲ ਸੰਤੁਸ਼ਟ ਹੋ ਗਏ ਤੇ ਰਾਜਾ ਚੰਦਰਕੇਤੂ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਹੇ ਰਾਜਨ, ਦੋਨੋਂ ਬੰਦੀ ਵੈਸ਼ ਸਵੇਰੇ ਛੱਡ ਦਿਓ ਅਤੇ ਉਹਨਾਂ ਦਾ ਸਾਰਾ ਧਨ ਜੋ ਤੁਸੀਂ ਲਿਆ ਹੈ ਵਾਪਸ ਦੇ ਦਿਓ, ਨਹੀਂ ਤਾਂ ਤੇਰਾ ਧਨ, ਰਾਜ, ਪੁੱਤਰ ਆਦਿ ਸਭ ਨਸ਼ਟ ਕਰ ਦੇਵਾਂਗਾ। ਰਾਜਾ ਨੂੰ ਇਸ ਤਰ੍ਹਾਂ ਦਾ ਬਚਨ ਸੁਣਾ ਕੇ ਭਗਵਾਨ ਅੰਤਰ ਧਿਆਨ ਹੋ ਗਏ। ਸਵੇਰੇ ਰਾਜਾ ਚੰਦਰਕੇਤੂ ਨੇ ਸਭਾ ਵਿੱਚ ਆਪਣਾ ਸੁਪਨਾ ਸੁਣਾਇਆ। ਫਿਰ ਦੋਨਾਂ ਵਣਿਕ ਪੁੱਤਰਾਂ ਨੂੰ ਕੈਦ ਤੋਂ ਮੁਕਤ ਕਰਕੇ ਸਭਾ ਵਿੱਚ ਬੁਲਾਇਆ। ਦੋਨਾਂ ਨੇ ਆਉਂਦੇ ਹੀ ਰਾਜਾ ਨੂੰ ਨਮਸਕਾਰ ਕੀਤਾ
ਰਾਜਾ ਮਿੱਠੇ ਬਚਨਾਂ ਨਾਲ ਬੋਲਿਆ, ਹੇ ਸੱਜਣੋ, ਆਪ ਨੂੰ ਭਾਵਵਸ ਇਸ ਤਰ੍ਹਾਂ ਦਾ ਕਠਿਨ ਦੁੱਖ ਪ੍ਰਾਪਤ ਹੋਇਆ ਹੈ। ਹੁਣ ਤੁਹਾਨੂੰ ਕੋਈ ਡਰ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਰਾਜਾ ਨੇ ਉਹਨਾਂ ਨੂੰ ਨਵੇਂ ਨਵੇਂ ਕੱਪੜੇ ਪਵਾਏ ਅਤੇ ਉਹਨਾਂ ਦਾ ਜਿੰਨਾ ਧਨ ਲਿਆ ਸੀ ਉਸ ਤੋਂ ਦੁੱਗਣਾ ਧਨ ਦੇ ਕੇ ਆਦਰ ਸਹਿਤ ਭੇਜ ਦਿੱਤਾ। ਸੂਤ ਜੀ ਬੋਲੇ, ਵੈਸ਼ ਨੇ ਮੰਗਲਾਚਾਰ ਕਰਕੇ ਯਾਤਰਾ ਸ਼ੁਰੂ ਕੀਤੀ ਅਤੇ ਆਪਣੇ ਨਗਰ ਨੂੰ ਚੱਲਿਆ। ਉਹਨਾਂ ਦੇ ਥੋੜ੍ਹੀ ਦੂਰ ਪਹੁੰਚਣ 'ਤੇ ਦੰਡੀ ਵੇਸ਼ਧਾਰੀ ਸਤਨਾਰਾਇਣ ਨੇ ਉਹਨਾਂ ਤੋਂ ਪੁੱਛਿਆ, ਹੇ ਸਾਧੂ, ਤੇਰੀ ਬੇੜੀ ਵਿੱਚ ਕੀ ਹੈ? ਘਮੰਡੀ ਵਣਿਕ ਹੱਸਦਾ ਹੋਇਆ ਬੋਲਿਆ, ਇਹ ਦੰਡੀ, ਤੁਸੀਂ ਕਿਉਂ ਪੁੱਛਦੇ ਹੋ? ਕੀ ਧਨ ਲੈਣ ਦੀ ਇੱਛਾ ਹੈ? ਮੇਰੀ ਬੇੜੀ ਵਿੱਚ ਤਾਂ ਬੇਲ ਅਤੇ ਪੱਤੇ ਆਦਿ ਭਰੇ ਹਨ। ਵੈਸ਼ ਦਾ ਕਠੋਰ ਬਚਨ ਸੁਣ ਕੇ ਭਗਵਾਨ ਨੇ ਕਿਹਾ, ਤੁਹਾਡਾ ਬਚਨ ਸੱਚ ਹੋਵੇ। ਇਸ ਤਰ੍ਹਾਂ ਕਹਿ ਕੇ ਦੰਡੀ ਉੱਥੋਂ ਚਲੇ ਗਏ ਅਤੇ ਥੋੜ੍ਹੀ ਦੂਰ ਜਾ ਕੇ ਸਮੁੰਦਰ ਦੇ ਕਿਨਾਰੇ ਬੈਠ ਗਏ। ਦੰਡੀ ਦੇ ਜਾਣ 'ਤੇ ਵੈਸ਼ ਨਿੱਤ ਕਰਮ ਕਰਨ ਤੋਂ ਬਾਅਦ ਬੇੜੀ ਨੂੰ ਉੱਚੀ ਉੱਠੀ ਦੇਖ ਕੇ ਹੈਰਾਨ ਹੋਇਆ ਅਤੇ ਬੇੜੀ ਵਿੱਚ ਬੇਲ ਪੱਤੇ ਆਦਿ ਦੇਖ ਕੇ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਫਿਰ ਹੋਸ਼ ਆਉਣ 'ਤੇ ਬਹੁਤ ਚਿੰਤਾ ਕਰਨ ਲੱਗਿਆ। ਉਸ ਦਾ ਜਵਾਈ ਬੋਲਿਆ, ਤੁਸੀਂ ਚਿੰਤਾ ਨਾ ਕਰੋ, ਇਹ ਦੰਡੀ ਦਾ ਸਰਾਪ ਹੈ। ਹੁਣ ਸਾਨੂੰ ਉਹਨਾਂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ, ਤਾਂ ਸਾਡੀ ਮਨੋਕਾਮਨਾ ਪੂਰੀ ਹੋਵੇਗੀ। ਜਵਾਈ ਦੇ ਬਚਨ ਸੁਣ ਕੇ ਉਹ ਦੰਡੀ ਦੇ ਕੋਲ ਗਿਆ, ਬਹੁਤ ਭਗਤੀ ਭਾਵਨਾ ਨਮਸਕਾਰ ਕਰਕੇ ਬੋਲਿਆ, ਮੈਂ ਜੋ ਆਪ ਨੂੰ ਝੂਠੇ ਬਚਨ ਕਹੇ ਸੀ ਉਹ ਮੈਨੂੰ ਮਾਫ਼ ਕਰੋ। ਇਸ ਤਰ੍ਹਾਂ ਕਹਿ ਕੇ ਉਹ ਬਹੁਤ ਉਦਾਸ ਹੋ ਕੇ ਰੋਣ ਲੱਗਾ ਤਾਂ ਦੰਡੀ ਭਗਵਾਨ ਬੋਲੇ, ਹੇ ਵਣਿਕ ਪੁੱਤਰ, ਮੇਰੀ ਆਗਿਆ ਨਾਲ ਬਾਰ-ਬਾਰ ਤੈਨੂੰ ਦੁੱਖ ਪ੍ਰਾਪਤ ਹੋਇਆ ਹੈ। ਤੂੰ ਮੇਰੀ ਪੂਜਾ ਤੋਂ ਬੇਮੁਖ ਹੋਇਆ ਹੈ। ਸਾਧੂ ਬੋਲਿਆ, ਹੇ ਭਗਵਾਨ, ਆਪ ਦੀ ਮਾਇਆ ਤੋਂ ਮੋਹਿਤ ਬ੍ਰਹਮਾ ਆਦਿ ਵੀ ਆਪ ਦੇ ਰੂਪ ਨੂੰ ਨਹੀਂ ਜਾਣਦੇ, ਤਾਂ ਮੈਂ ਅਗਿਆਨੀ ਕਿਸ ਤਰ੍ਹਾਂ ਜਾਣ ਸਕਦਾ ਹਾਂ। ਆਪ ਹੁਣ ਪ੍ਰਸੰਨ ਹੋਵੋ, ਮੈਂ ਸਮਰੱਥਾ ਦੇ ਅਨੁਸਾਰ ਆਪ ਦੀ ਪੂਜਾ ਕਰਾਂਗਾ। ਮੇਰੀ ਰੱਖਿਆ ਕਰੋ ਅਤੇ ਪਹਿਲਾਂ ਦੀ ਤਰ੍ਹਾਂ ਬੇੜੀ ਵਿੱਚ ਧਨ ਭਰ ਦਿਓ। ਉਹਨਾਂ ਦੇ ਭਗਤੀ ਯੁਕਤ ਬਚਨ ਸੁਣ ਕੇ ਭਗਵਾਨ ਪ੍ਰਸੰਨ ਹੋ ਗਏ। ਉਸ ਦੀ ਇੱਛਾ ਅਨੁਸਾਰ ਵਰ ਦੇ ਕੇ ਅੰਤਰ ਧਿਆਨ ਹੋ ਗਏ। ਤਦ ਉਸਨੇ ਬੇੜੀ 'ਤੇ ਆ ਕੇ ਦੇਖਿਆ ਕਿ ਬੇੜੀ ਧਨ ਨਾਲ ਭਰਪੂਰ ਹੈ। ਫਿਰ ਉਹ ਭਗਵਾਨ ਸਤਨਾਰਾਇਣ ਦਾ ਪੂਜਨ ਕਰਕੇ ਸਾਥੀਆਂ ਸਮੇਤ ਆਪਣੇ ਨਗਰ ਨੂੰ ਚੱਲਿਆ। ਜਦੋਂ ਆਪਣੇ ਨਗਰ ਦੇ ਨੇੜੇ ਪਹੁੰਚਿਆ ਤਾਂ ਦੂਤ ਨੂੰ ਘਰ ਭੇਜਿਆ। ਦੂਤ ਨੇ ਸਾਧੂ ਦੇ ਘਰ ਜਾ ਕੇ ਉਸ ਦੀ ਇਸਤਰੀ ਨੂੰ ਨਮਸਕਾਰ ਕਰਕੇ ਕਿਹਾ ਕਿ ਸਾਧੂ ਆਪਣੇ ਜਵਾਈ ਸਹਿਤ ਇਸ ਨਗਰ ਦੇ ਨੇੜੇ ਆ ਗਏ ਹਨ। ਉਸ ਸਮੇਂ ਲੀਲਾਵਤੀ ਅਤੇ ਕਲਾਵਤੀ ਭਗਵਾਨ ਸਤਨਾਰਾਇਣ ਦੀ ਪੂਜਾ ਕਰ ਰਹੀਆਂ ਸਨ। ਇਹ ਸਭ ਸੁਣ ਕੇ ਸਾਧੂ ਦੀ ਇਸਤਰੀ ਨੇ ਬਹੁਤ ਖੁਸ਼ੀ ਦੇ ਨਾਲ ਸਤਨਾਰਾਇਣ ਦੀ ਪੂਜਾ ਸਮਾਪਤ ਕਰਕੇ ਪੁੱਤਰੀ ਨੂੰ ਕਿਹਾ, ਮੈਂ ਆਪਣੇ ਪਤੀ ਦੇ ਦਰਸ਼ਨ ਨੂੰ ਜਾਂਦੀ ਹਾਂ, ਤੂੰ ਪੂਜਾ ਕਰਕੇ ਜਲਦੀ ਆ ਜਾਵੀਂ। ਪਰ ਮਾਤਾ ਦੇ ਬਚਨ ਸੁਣਦੇ ਹੀ ਕਲਾਵਤੀ ਵਰਤ ਨੂੰ ਉੱਥੇ ਹੀ ਸਮਾਪਤ ਕਰਕੇ ਅਤੇ ਪ੍ਰਸ਼ਾਦ ਨੂੰ ਛੱਡ ਕੇ ਆਪਣੇ ਪਤੀ ਦੇ ਕੋਲ ਆਈ, ਜਿਸ ਨਾਲ ਸਤਦੇਵ ਨੇ ਨਾਰਾਜ਼ ਹੋ ਕੇ ਉਸ ਦੇ ਪਤੀ ਨੂੰ ਧਨ ਭਰੀ ਬੇੜੀ ਸਮੇਤ ਪਾਣੀ ਵਿੱਚ ਡੁਬੋ ਦਿੱਤਾ। ਕਲਾਵਤੀ ਆਪਣੇ ਪਤੀ ਨੂੰ ਨਾ ਦੇਖ ਕੇ ਰੋਂਦੀ ਹੋਈ ਜ਼ਮੀਨ 'ਤੇ ਡਿੱਗ ਪਈ। ਇਸ ਤਰ੍ਹਾਂ ਬੇੜੀ ਨੂੰ ਡੁੱਬਦਿਆਂ ਹੋਇਆਂ ਅਤੇ ਕੰਨਿਆਂ ਨੂੰ ਰੋਂਦੇ ਦੇਖ ਕੇ ਸਾਧੂ ਦੁਖੀ ਹੋ ਕੇ ਬੋਲਿਆ, ਹੇ ਪ੍ਰਭੂ, ਮੇਰੇ ਤੋਂ ਜਾਂ ਮੇਰੇ ਪਰਿਵਾਰ ਤੋਂ ਜੋ ਭੁੱਲ ਹੋਈ ਹੈ ਉਸ ਨੂੰ ਮਾਫ਼ ਕਰੋ। ਉਸ ਦੇ ਸਹਿਜ ਬਚਨ ਸੁਣ ਕੇ ਸਤਦੇਵ ਪ੍ਰਸੰਨ ਹੋ ਗਏ ਅਤੇ ਆਕਾਸ਼ਬਾਣੀ ਹੋਈ, ਹੇ ਸਾਧੂ, ਤੇਰੀ ਕੰਨਿਆ ਮੇਰੇ ਪ੍ਰਸ਼ਾਦ ਨੂੰ ਛੱਡ ਕੇ ਆਈ ਹੈ, ਇਸ ਲਈ ਇਸ ਦਾ ਪਤੀ ਨਜ਼ਰੋਂ ਓਹਲੇ ਹੋਇਆ ਹੈ। ਜੇਕਰ ਇਹ ਘਰ ਜਾ ਕੇ ਪ੍ਰਸ਼ਾਦ ਖਾ ਕੇ ਵਾਪਸ ਆਵੇ ਤਾਂ ਇਸ ਨੂੰ ਪਤੀ ਜ਼ਰੂਰ ਮਿਲੇਗਾ। ਆਕਾਸ਼ਬਾਣੀ ਸੁਣ ਕੇ ਕਲਾਵਤੀ ਨੇ ਘਰ ਜਾ ਕੇ ਪ੍ਰਸ਼ਾਦ ਖਾਧਾ। ਫਿਰ ਉਸਨੇ ਆ ਕੇ ਆਪਣੇ ਪਤੀ ਦੇ ਦਰਸ਼ਨ ਕੀਤੇ ਤਾਂ ਵੈਸ਼ ਪਰਿਵਾਰ ਦੇ ਸਾਰੇ ਲੋਕ ਖੁਸ਼ ਹੋਏ। ਫਿਰ ਸਾਧੂ ਨੇ ਭਾਈਆਂ ਬੰਧੂਆਂ ਸਹਿਤ ਸਤਦੇਵ ਭਗਵਾਨ ਦਾ ਵਿਧੀ ਪੂਰਵਕ ਪੂਜਨ ਕੀਤਾ। ਉਸ ਦਿਨ ਤੋਂ ਉਹ ਹਰ ਪੂਰਨਮਾਸ਼ੀ ਅਤੇ ਸੰਗਰਾਂਦ ਨੂੰ ਸਤਨਾਰਾਇਣ ਦਾ ਪੂਜਨ ਕਰਨ ਲੱਗ ਪਿਆ ਅਤੇ ਫਿਰ ਇਸ ਲੋਕ ਦੇ ਸਾਰੇ ਸੁੱਖ ਭੋਗ ਕੇ ਸਵਰਗ ਲੋਕ ਨੂੰ ਚਲਾ ਗਿਆ। ਸੂਤ ਜੀ ਬੋਲੇ, ਹੇ ਰਿਸ਼ੀਓ ਮੁਨੀਓ, ਮੈਂ ਹੋਰ ਵੀ ਕਥਾ ਸੁਣਾਉਂਦਾ ਹਾਂ, ਧਿਆਨ ਪੂਰਵਕ ਸੁਣੋ। ਪਰਜਾ ਪਾਲਣ ਵਿੱਚ ਲੀਨ ਤੁੰਗਤਵਜ ਨਾਂ ਦਾ ਰਾਜਾ ਸੀ। ਉਸਨੇ ਵੀ ਭਗਵਾਨ ਦਾ ਪ੍ਰਸ਼ਾਦ ਤਿਆਗ ਕੇ ਬਹੁਤ ਦੁੱਖ ਪਾਇਆ। ਇੱਕ ਸਮੇਂ ਜੰਗਲ ਵਿੱਚ ਜਾ ਕੇ ਪਸ਼ੂਆਂ ਨੂੰ ਮਾਰ ਕੇ ਬੋਹੜ ਦੇ ਦਰਖਤ ਹੇਠਾਂ ਆਇਆ। ਉੱਥੇ ਉਸਨੇ ਗਵਾਲਿਆਂ ਨੂੰ ਭਗਤੀ ਭਾਵ ਨਾਲ ਆਪਣੇ ਭਾਈ ਬੰਧੂਆਂ ਸਮੇਤ ਸਤਨਾਰਾਇਣ ਦਾ ਪੂਜਨ ਕਰਦੇ ਦੇਖਿਆ। ਰਾਜਾ ਦੇਖ ਕੇ ਵੀ
ਘਮੰਡ ਕਰਕੇ ਉੱਥੇ ਨਾ ਗਿਆ ਅਤੇ ਨਾ ਹੀ ਨਮਸਕਾਰ ਕੀਤਾ। ਜਦੋਂ ਗਵਾਲਿਆਂ ਨੇ ਭਗਵਾਨ ਦਾ ਪ੍ਰਸ਼ਾਦ ਉਸ ਦੇ ਸਾਹਮਣੇ ਰੱਖਿਆ ਤਾਂ ਉਹ ਪ੍ਰਸ਼ਾਦ ਨੂੰ ਤਿਆਗ ਕੇ ਆਪਣੀ ਸੁੰਦਰ ਨਗਰੀ ਨੂੰ ਚਲਾ ਗਿਆ। ਉੱਥੇ ਉਸਨੇ ਆਪਣਾ ਸਾਰਾ ਕੁਝ ਨਸ਼ਟ ਹੋਇਆ ਦੇਖਿਆ। ਉਹ ਸਮਝ ਗਿਆ ਕਿ ਇਹ ਸਾਰਾ ਕੁਝ ਭਗਵਾਨ ਨੇ ਕੀਤਾ ਹੈ। ਫਿਰ ਉਸਨੇ ਵਿਸ਼ਵਾਸ ਕਰਕੇ ਗਵਾਲਿਆਂ ਦੇ ਕੋਲ ਜਾ ਕੇ ਅਤੇ ਵਿਧੀ ਪੂਰਵਕ ਪੂਜਨ ਕਰਕੇ ਪ੍ਰਸ਼ਾਦ ਖਾਧਾ ਤਾਂ ਸਤਿਦੇਵ ਦੀ ਕਿਰਪਾ ਨਾਲ ਪਹਿਲਾਂ ਜਿਸ ਤਰ੍ਹਾਂ ਸੀ ਉਸੇ ਤਰ੍ਹਾਂ ਹੀ ਹੋ ਗਿਆ ਅਤੇ ਸੁੱਖ ਭੋਗ ਕੇ ਮਰਨ ਤੋਂ ਬਾਅਦ ਸਵਰਗ ਲੋਕ ਨੂੰ ਗਿਆ। ਜਿਹੜਾ ਮਨੁੱਖ ਇਸ ਪਰਮ ਦੁਰਲਭ ਸਤਿਦੇਵ ਜੀ ਦਾ ਵਰਤ ਰੱਖੇਗਾ ਅਤੇ ਇਹ ਕਥਾ ਭਗਤੀ ਤੇ ਸ਼ਰਧਾ ਨਾਲ ਸੁਣੇਗਾ, ਸਤਿਦੇਵ ਦੀ ਕਿਰਪਾ ਨਾਲ ਉਸ ਨੂੰ ਧਨ, ਸੰਤਾਨ ਅਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਗਰੀਬਾਂ ਨੂੰ ਧਨ ਮਿਲੇਗਾ, ਰਾਜ ਦਰਬਾਰ ਵਿੱਚ ਮਾਣ ਹੋਵੇਗਾ, ਉਸ ਦੇ ਸਾਰੇ ਮਨੋਰਥ ਪੂਰੇ ਹੋਣਗੇ ਅਤੇ ਅੰਤ ਵਿੱਚ ਉਹ ਬੈਕੁੰਠ ਧਾਮ ਨੂੰ ਜਾਵੇਗਾ। ਜਿਨ੍ਹਾਂ ਨੇ ਪਹਿਲਾਂ ਇਹ ਵਰਤ ਰੱਖ ਕੇ ਪੂਜਾ ਕੀਤੀ ਹੈ ਉਹਨਾਂ ਦੇ ਦੂਜੇ ਜਨਮ ਦੀ ਕਥਾ ਕਹਿੰਦਾ ਹਾਂ। ਵ੍ਰਿਧ ਸ਼ਤਾਨੰਦ ਬ੍ਰਾਹਮਣ ਨੇ ਸੁਦਾਮਾ ਦਾ ਜਨਮ ਲੈ ਕੇ ਮੋਕਸ਼ ਪ੍ਰਾਪਤ ਕੀਤਾ। ਉਲਕਾ ਮੁਖ ਨਾਂ ਦਾ ਰਾਜਾ ਦਸ਼ਰਥ ਹੋ ਕੇ ਬੈਕੁੰਠ ਨੂੰ ਗਿਆ। ਸਾਧੂ ਨਾਂ ਦੇ ਵੈਸ਼ ਨੇ ਮੋਰ ਧਵਜ ਬਣ ਕੇ ਆਪਣੇ ਪੁੱਤਰ ਨੂੰ ਆਰੇ ਨਾਲ ਚੀਰ ਕੇ ਮੋਕਸ਼ ਪ੍ਰਾਪਤ ਕੀਤਾ। ਮਹਾਰਾਜ ਤੁੰਗ ਧਵਜ ਨੇ ਆਪ ਹੀ ਘਮੰਡ ਛੱਡ ਕੇ ਭਗਵਾਨ ਦੇ ਭਗਤੀ ਯੁਕਤ ਕਰਕੇ ਮੋਕਸ਼ ਨੂੰ ਪ੍ਰਾਪਤ ਕੀਤਾ। ਹੇ ਮੁਨੀਓ, ਇਸ ਤਰ੍ਹਾਂ ਸਤਿਨਾਰਾਇਣ ਦੀ ਪੂਜਾ ਵਿਸ਼ੇਸ਼ ਫਲ ਦੇਣ ਵਾਲੀ ਹੈ। ਕਈ ਮਨੁੱਖ ਇਸ ਨੂੰ ਈਸ਼, ਕਈ ਸਤਿਨਾਰਾਇਣ ਅਤੇ ਕਈ ਸਤਿਦੇਵ ਕਹਿੰਦੇ ਹਨ। ਇਹ ਸਨਾਤਨ ਰੂਪ ਮਨੋਕਾਮਨਾਵਾਂ ਨੂੰ ਪੂਰਨ ਕਰਨ ਵਾਲਾ ਹੈ। ਹੇ ਮੁਨੀਓ, ਜਿਹੜਾ ਮਨੁੱਖ ਇਸ ਕਥਾ ਨੂੰ ਨਿੱਤ ਪੜ੍ਹੇਗਾ ਜਾਂ ਸੁਣੇਗਾ, ਸਤਿਦੇਵ ਦੀ ਕਿਰਪਾ ਨਾਲ ਇਸ ਦੇ ਸਾਰੇ ਪਾਪ ਨਸ਼ਟ ਹੋ ਜਾਣਗੇ ਅਤੇ ਸੁੱਖ ਪ੍ਰਾਪਤ ਹੋਣਗੇ। ਇਸ ਦੇ ਨਾਲ ਹੀ ਸ਼੍ਰੀ ਸਤਿਨਾਰਾਇਣ ਵਰਤ ਕਥਾ ਦੀ ਸਮਾਪਤੀ ਹੁੰਦੀ ਹੈ। ਓਮ ਜੈ ਲక్ష్ਮੀ ਰਮਣਾ स्वामी जय लक्ष्मी रमणा। सतनारायण स्वामी सतनारायण स्वामी जन पातक हरणा। ओम जय लक्ष्मी रमणा। रतिन जड़ित सिंहासन अद्भुत छवि राजे स्वामी अद्भुत छवि राजे। नारद करत निरंतर नारद करत निरंतर घंटावन बाजे। ओम जय लक्ष्मी रमणा। प्रगट भये कलि कारण द्विज को दर्श दियो स्वामी द्विज को दर्श दियो। बूढ़ो ब्राह्मण बनकर बूढ़ो ब्राह्मण बनकर कंचन महल कियो। ओम जय लक्ष्मी रमणा। दुर्बल भील कठोरो जिन पर कृपा करी स्वामी जिन पर कृपा करी। चंद्रचूड़ एक राजा चंद्रचूड़ एक राजा तिनकी विपत हरी। ओम जय लक्ष्मी रमणा। वैश्य मनोरथ पायो शरदा तज दीनी स्वामी शरदा तज दीनी। सो फल भोग्यो प्रभु जी सो फल भोग्यो प्रभु जी फेर स्तुति कीनी। ओम जय लक्ष्मी रमणा। भव भक्ति के कारण छिन छिन रूप धर्यो स्वामी छिन छिन रूप धर्यो। शरधा धारण कीनी शरधा धारण कीनी तिनको काज सरो। ओम जय लक्ष्मी रमणा। ग्वाल बाल संग राजा बन में भक्ति करी स्वामी बन में भक्ति करी। मन वांछित फल दीना मन वांछित फल दीना दीन दयाल हरि। ओम जय लक्ष्मी रमणा। चढ़त प्रसाद सवायो कदली फल मेवा स्वामी कदली फल मेवा। धूप दीप तुलसी से धूप दीप तुलसी से राजी सत्यदेवा। ओम जय लक्ष्मी रमणा। सतनारायण जी की आरती जो कोई नर गावे स्वामी जो कोई नर गावे। रिद्धि सिद्धि सुख संपत्ति सहज रूप पावे स्वामी सहज रूप पावे। ओम जय लक्ष्मी रमणा।
ओम जय लक्ष्मी रमणा स्वामी जय लक्ष्मी रमणा। सतनारायण स्वामी सतनारायण स्वामी जन पातक हरना। ओम जय लक्ष्मी रमणा।